ਹੈਲੋ एवरीवन, ਅੱਜ ਇਸ ਵੀਡੀਓ ਵਿੱਚ ਅਸੀਂ ਡਿਸਕਸ ਕਰਾਂਗੇ ਕਰੰਟ ਅਫੇਅਰਸ ਨਵੰਬਰ 2020। ठीक है जी। Which international organization, तो फर्स्ट न्यूज़ है, with which international organization government of India, the government of Meghalaya has signed $120 million project to improve and modernize the transport sector of Meghalaya। न्यूज़ ये है, गवर्नमेंट ऑफ इंडिया, गवर्नमेंट ऑफ मेघालय ने ਕਿਹੜੀ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਦੇ ਨਾਲ ਡੀਲ ਸਾਈਨ ਕੀਤੀ ਹੈ $120 ਮਿਲੀਅਨ ਦੀ ਕਿ ਮੇਘਾਲਿਆ ਦੇ ਟਰਾਂਸਪੋਰਟ ਸੈਕਟਰ ਨੂੰ ਕੀ ਕੀਤਾ ਜਾਏ, ਇੰਪਰੂਵ ਕੀਤਾ ਜਾਏ। ਐਂਡ ਦਾ ਆਨਸਰ ਇਜ਼ ਵਰਲਡ ਬੈਂਕ। ਠੀਕ ਹੈ, ਤਾਂ ਵਰਲਡ ਬੈਂਕ ਦੇ ਰਿਗਾਰਡਿੰਗ ਮੈਂ ਪਹਿਲਾਂ ਵੀ ਪਿਛਲੀਆਂ ਸਲਾਈਡਸ ਦੇ ਵਿੱਚ ਤੁਹਾਨੂੰ ਕਾਫੀ ਇਨਫੋਰਮੇਸ਼ਨ ਦੱਸੀ ਹੈ, ਤੁਸੀਂ ਉਹਨਾਂ ਨੂੰ ਵੀ ਦੇਖੋ ਐਂਡ ਉੱਥੋਂ ਵਰਲਡ ਬੈਂਕ ਦੀ ਇਨਫੋਰਮੇਸ਼ਨ ਵੀ ਲੈ ਸਕਦੇ ਹੋ। ਤੇ ਤੁਸੀਂ ਜਦੋਂ ਵੀ ਇੱਦਾਂ ਦੀ ਕੋਈ ਆਰਗੇਨਾਈਜੇਸ਼ਨ ਦੀ ਮੈਂ ਐਡ ਔਨ ਇਨਫੋਰਮੇਸ਼ਨ ਦਿੰਦੀ ਹਾਂ, ਉਹਦੇ ਅਲੱਗ ਤੋਂ ਨੋਟਸ ਰੱਖੋ। मतलब तुसी एक पतली जी अलग तो कॉपी लगाओ, कलर्ड पेजेस वाली हुंदियां ने जिहड़ियां, ਉਹਦੇ ਵਿੱਚ अलग तो रखो कि ਇਹਦੇ ਵਿੱਚ ਜਿਹੜੀ ਵੀ ਆਰਗੇਨਾਈਜੇਸ਼ਨ ਦੀ ਗੱਲ ਚੱਲ ਰਹੀ ਹੈ ਉਹਦੀ ਮੈਂ ਇਹਦੇ ਵਿੱਚ ਡਿਫਰੈਂਟ ਨੋਟਸ ਬਣਾਉਣੇ ਨੇ। ਠੀਕ ਹੈ ਜੀ, तो हर बार करंट ਦੇ ਨਾਲ ਵੀ ਉਹਨਾਂ ਨੂੰ ਰਿਵਾਈਜ਼ ਕਰੋ ਐਂਡ ਜਦੋਂ ਕਦੀ ਵੀ ਆਪਣੀ ਆਰਗੇਨਾਈਜੇਸ਼ਨ ਦੇ ਕੁਐਸਚਨਸ ਰਿਵਾਈਜ਼ ਕਰਨੇ ਆ ਤਾਂ ਆਪਣੇ ਨੋਟਸ ਤੋਂ ਰਿਵਾਈਜ਼ ਕਰ ਸਕਦੇ ਹੋ। ਬਾਕੀ ਜਿਹੜੀਆਂ ਮੈਂ ਆਪਸ਼ਨਸ ਇਹ ਪਾਈਆਂ, ਇਹ ਮੈਂ ਜਾਣਬੁੱਝ ਕੇ ਵਾਲੀਆਂ ਆਪਸ਼ਨਸ ਪਾਈਆਂ ਸੀ ਕਿਉਂਕਿ ਇਹ ਵੀ ਬਹੁਤ UN ਹੋਈ एंड दीज 4 ऑर्गेनाइजेशंस आर वेरी इंपॉर्टेंट। तुसी ये सारी ऑर्गेनाइजेशंस पढ़निया है। ठीक है, इन्हां उत्ते मैं अलग वीडियोज़ भी बना दूंगी। हु हैज़ एड्रेस द 33rd स्टॉप TV पार्टनरशिप बोर्ड मीटिंग इन न्यू दिल्ली थ्रू वीडियो कॉन्फ्रेंस। ठीक है जी, ये वीडियो कॉन्फ्रेंस के द्वारा किसने नवी दिल्ली विच 33 TV रोको भाईवाली बोर्ड की बैठक नूं संबोधित किया है। तो पंजाबी वाले वैसे बेसिकली मैं सारियां दे विच पंजाबी नहीं बोल रही, ਇਹ ਲਾਈਨ ਨੂੰ ਨਹੀਂ ਮੈਂ ਰਿਪੀਟ ਕਰ ਰਹੀ। ਤੁਸੀਂ ਪੰਜਾਬੀ ਵਾਲੇ ਜਿਹੜੇ ਸਟੂਡੈਂਟਸ ਨੇ ਉਹ ਆਪ ਇਸ ਲਾਈਨ ਨੂੰ ਪੜ੍ਹ ਸਕਦੇ ਹੋ ਔਰ ਤੁਹਾਨੂੰ ਈਜ਼ੀਲੀ ਸਮਝ ਆ ਜਾਏਗਾ। ਐਂਡ ਦਾ ਆਨਸਰ ਇਜ਼ ਯੂਨੀਅਨ ਹੈਲਥ ਮਿਨਿਸਟਰ ਡਾਕਟਰ ਹਰਸ਼ਵਰਧਨ, ਇਹਨਾਂ ਨੇ ਸੰਬੋਧਿਤ ਕੀਤਾ ਹੈ। ਯਾਦ ਰੱਖਣਾ 33 ਹੈ। ਐਂਡ ਟੀਵੀ ਬਹੁਤ ਇੰਪੋਰਟੈਂਟ ਹੈ ਕਿਉਂਕਿ ਇਹ ਇੱਕ ਇੱਦਾਂ ਦੀ ਬਿਮਾਰੀ ਹੈ ਜਿਹਦੇ ਉੱਤੇ ਗਵਰਨਮੈਂਟ ਬਹੁਤ ਪੈਸਾ ਇਨਵੈਸਟ ਕਰ ਰਹੀ ਹੈ। ਠੀਕ ਹੈ ਜੀ, ਤਾਂ ਇਹਦੇ ਰਿਗਾਰਡਿੰਗ ਕੁਐਸਚਨ ਪੁੱਛਿਆ ਜਾ ਸਕਦਾ ਹੈ। ਠੀਕ ਹੈ, ਨੈਕਸਟ ਹੈ, It must be noted that India is running the TV हारेगा देश जीतेगा campaign that targets to achieve the sustainable development goal target related to TB by 2025 and the 5 years ahead of the global target of 2030। ठीक है जी, इंडिया ने कैंपेन रन किया TV हारेगा एंड देश जीतेगा। ठीक है जी, तो ਇਹਦੇ ਅੰਡਰ ਇੰਡੀਆ ਨੇ ਜਿਹੜਾ ਟਾਰਗੇਟ ਸੈੱਟ ਕੀਤਾ ਆਪਣੇ ਦੇ ਲਈ, ਇੰਡੀਆ ਨੇ ਇਹ ਟਾਰਗੇਟ ਸੈੱਟ ਕੀਤਾ ਕਿ 2025 ਤੱਕ ਅਸੀਂ ਆਪਣੇ ਦੇਸ਼ ਵਿੱਚੋਂ ਟੀਵੀ ਨੂੰ ਪੂਰਾ ਖਤਮ ਕਰ ਦਾਂਗੇ, ਜਦਕਿ ਗਲੋਬਲ ਵਰਲਡ ਵਾਈਡ ਟਾਰਗੇਟ ਕੀ ਹੈ 2030 ਤੱਕ ਅਸੀਂ ਟੀਵੀ ਨੂੰ ਖਤਮ ਕਰਨਾ ਹੈ। ਠੀਕ ਹੈ, ਗਲੋਬਲ ਟਾਰਗੇਟ 2030 ਹੈ ਐਂਡ ਇੰਡੀਆ ਦਾ ਟਾਰਗੇਟ ਕੀ ਹੈ 2025 ਤੱਕ ਅਸੀਂ ਇਹਨੂੰ ਫਿਨਿਸ਼ ਕਰਨਾ ਹੈ। ਠੀਕ ਹੈ, Investor Service has received India's GDP growth forecast to -% for the current fiscal 2020-21 financial year 21 in its November 2020 update from its earlier estimate of -11.5% in September 2020। ठीक है, थोड़ी जी इंप्रूवमेंट इन्होंने फिर की है। आंसर इज -10.6%। ਤੁਸੀਂ ਕਹੋਗੇ ਮੈਮ ਤੁਸੀਂ ਹਰ ਵੀਡੀਓ ਦੇ ਵਿੱਚ ਕੋਈ ਨਾ ਕੋਈ ਇਦਾਂ ਦੀ ਫੋਰਕਾਸਟ ਵਾਲੀ GDP ਦੀ ਗਰੋਥ ਦੀ ਤੁਸੀਂ ਕੁਐਸਚਨ ਪਾਈ ਦਿੰਦੇ ਹੋ, ਨਿਊਜ਼ ਹੁੰਦੀ ਨੇ। ਠੀਕ ਹੈ, ਤੁਸੀਂ ਮੇਨਲੀ ਪਤਾ ਕਿਹੜੀ ਯਾਦ ਕਰਨੀ ਹੁੰਦੀ, ਇੱਕ ਮੂਡੀ ਦੀ ਜ਼ਰੂਰ ਯਾਦ ਕਰਨੀ ਹੈ, ਇੱਕ ਕੋਈ ਅਗਰ RBI ਨੇ ਕੀਤੀ ਹੈ ਐਂਡ ਅਗਰ ਕੋਈ ਇੰਡੀਅਨ ਆਰਗੇਨਾਈਜੇਸ਼ਨ ਇੰਪੋਰਟੈਂਟ ਆਰਗੇਨਾਈਜੇਸ਼ਨ ਇੱਦਾਂ ਦੀ ਫੋਰਕਾਸਟ ਕਰਦੀ ਆ ਉਹਨੂੰ ਯਾਦ ਕਰ ਲਓ। ਠੀਕ ਹੈ ਜੀ, ਜਾਂ ਫਿਰ ਅਗਰ ਵਰਲਡ ਬੈਂਕ, ਠੀਕ ਹੈ, ਜਾਂ ਕੋਈ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਜਾਂ ਫਿਰ IMF ਵਾਲੇ। ਠੀਕ ਹੈ ਜੀ, ਇਹ ਵਾਲੀਆਂ ਅਗਰ ਕੋਈ ਇੱਦਾਂ ਦੀ ਆ, ਇਹ 4-5 ਆਰਗੇਨਾਈਜੇਸ਼ਨਸ ਦੇ ਤੁਸੀਂ ਜ਼ਰੂਰ ਯਾਦ ਕਰਨੇ ਆ, ਬਾਕੀ ਤੁਸੀਂ ਇਗਨੋਰ ਵੀ ਕਰ ਸਕਦੇ ਹੋ। ਨੈਕਸਟ ਹੈ, ਪ੍ਰਾਈਮ ਮਿਨਿਸਟਰ ਆਫ ਇੰਡੀਆ ਐਂਡ ਦਾ ਪ੍ਰਾਈਮ ਮਿਨਿਸਟਰ ਆਫ ਦਾ ਗ੍ਰੈਂਡ Duchy of Luxembourg held the first ever India-Luxembourg virtual bilateral summit on 19 November। What is the name of Luxembourg PM? देखो इतों तो थानू पता लग गया कि ये पहली बार इन्हां विच इदां दा कोई सबमिट होया इन्हां दो कंट्रीज इंडिया एंड लैक्समबर्ग। ठीक है, वेरी इंपॉर्टेंट क्योंकि पहली बार होया है। ठीक है, तो उत्थों दे प्रधानमंत्री दा नाम भी याद रखो, Xavier Bettel। ठीक है जी, ये भी जरूर तुसीं याद करना क्योंकि कुछ पहली बार होया। हुण अगे होर इहदे रिगार्डिंग तुहानू ਇਹਦੀ कैपिटल एंड ਇਹਦੀ करंसी भी याद करनी पऊगी। प्राइम मिनिस्टर का नाम तुसीं याद कर चुके हो। ठीक है, तो कुछ कंट्री इंपॉर्टेंट चल रही है तो तुहानू ਉਹਦੇ रिगार्डिंग ਉਹਦੀ कैपिटल करंसी भी पता होनी चाहिए है। दैन है, प्राइम मिनिस्टर वेलकम लैक्समबर्ग्स अनाउंसमेंट टू ज्वाइन द इंटरनेशनल सोलर अलायंस and invited it to join the
ਕੋਲੀਜਨ ਫॉर डिजास्टर रेसिस्टेंट इंफ्रास्ट्रक्चर। ठीक है जी, देखो ਇਹਦੇ ਵਿੱਚ ਆ ਵਾਲੀ ਜਿਹੜੀ ਆਰਗੇਨਾਈਜੇਸ਼ਨ ਹੈ ਇਹ ਬਹੁਤ ਇੰਪੋਰਟੈਂਟ ਹੈ। ਇਟ ਇਜ਼ ਅ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਤੇ ਇਹ ਇੱਕ ਪਹਿਲੀ ਇਦਾਂ ਦੀ ਆਰਗੇਨਾਈਜੇਸ਼ਨ ਹੈ ਜਿਹਦਾ ਹੈੱਡ ਆਫਿਸ ਕਿੱਥੇ ਹੈ, ਇੰਡੀਆ ਵਿੱਚ ਹੈ। ਠੀਕ ਹੈ, ਯਾਦ ਰੱਖਣਾ। ਤੇ ਇਹ ਸੋਲਰ એનર્ਜੀ ਨੂੰ ਪ੍ਰਮੋਟ ਕਰਨ ਲਈ ਹੈ ਕਿ ਜਿਹਨਾਂ ਕੰਟਰੀਜ਼ ਦੇ ਕੋਲ ਸੋਲਰ ਐਫੀਸ਼ੀਐਂਟ ਸੋਲਰ એનર્ਜੀ ਹੈ ਉਹ ਮੈਕਸਿਮਮ ਸੋਲਰ એનર્ਜੀ ਨੂੰ ਯੂਜ਼ ਕਰਨ। ਠੀਕ ਹੈ ਜੀ, ਤੇ ਜਿੱਦਾਂ ਅੱਜ ਕੱਲ੍ਹ ਗਵਰਨਮੈਂਟ ਬਹੁਤ ਪ੍ਰਮੋਟ ਕਰ ਰਹੀ ਹੈ ਸੋਲਰ એનર્ਜੀ, ਤੁਹਾਨੂੰ ਸਬਸਿਡੀ ਪ੍ਰੋਵਾਈਡ ਕਰਵਾਈ ਜਾ ਰਹੀ ਹੈ, ਤੁਸੀਂ ਘਰਾਂ ਦੇ ਉੱਤੇ ਵੀ ਲਗਾ ਸਕਦੇ ਹੋ। ਕੁਛ ਨਾ ਕੁਛ ਆਪਣੇ ਉਹ ਕਹਿ ਰਹੇ ਨਾ ਕਿ ਆਪਣੇ ਬਿੱਲ ਘਟਾ ਲਓ, ਸੋਲਰ ਪਲਾਂਟਸ ਲਵਾ ਲਓ ਛੋਟੇ ਛੋਟੇ। तो ये सारा ਉਹਦੇ ਲਈ ਹੀ ਹੈ ਕਿ ਕੋਲ ਦੀ ਵਰਤੋਂ ਨੂੰ ਘਟਾਇਆ ਜਾਏ, ਕਿਉਂਕਿ ਜਿਹੜੀ ਆਪਣੀ ਇਲੈਕਟ੍ਰਿਸਿਟੀ ਆ ਪਾਣੀ ਐਂਡ ਕੋਲ ਤੋਂ ਪ੍ਰੋਡਿਊਸ ਕੀਤੀ ਜਾਂਦੀ ਹੈ। ਹੋਰ ਵੀ એનર્ਜੀਜ਼ ਨੇ, ਵਿੰਡ એનર્ਜੀ ਹੈ ਮੇਨਲੀ ਜਿਹੜੀ ਵੀ ਆਰ ਡਿਪੈਂਡੈਂਟ ਅਪਨ ਕੋਲ ਐਂਡ ਵਾਟਰ। ਤਾਂ ਕੋਲ ਦੀ ਵਰਤੋਂ ਨੂੰ ਮੈਕਸਿਮਮ ਘਟਾਉਣਾ ਚਾਹੁੰਦੇ, ਇਸ ਲਈ ਉਹ ਕਹਿੰਦੇ ਜਿਹਨਾਂ ਕੋਲ ਸੋਲਰ એનર્ਜੀ ਹੈ ਉਹ ਸੋਲਰ ਦੇ ਥਰੂ ਹੀ ਪ੍ਰੋਡਿਊਸ ਕਰਨ ਔਰ ਇਹ ਯੂਨਿਟ ਘਰ ਘਰ ਵੀ ਲੱਗ ਸਕਦੇ ਆ। ਤਾਂ ਇਸ ਤਰ੍ਹਾਂ ਥੋੜੀ ਪ੍ਰਮੋਸ਼ਨ ਕਰਨੇ ਦੀ ਕਰ ਰਹੇ ਨੇ ਉਹ। ਠੀਕ ਹੈ, ਤਾਂ ਇਹਨੂੰ ਬਹੁਤ ਸਾਰੀਆਂ ਕੰਟਰੀਜ਼ ਹੁਣ ਤੱਕ ਜੁਆਇਨ ਕਰ ਚੁੱਕੀਆਂ ਨੇ। ਤੇ ਇਹਦੇ ਉੱਤੇ ਇੱਕ ਡਿਫਰੈਂਟ ਵੀਡੀਓ ਬਣਾ ਦੂੰਗੀ ਤਾਂ ਕਿ ਇੰਟਰਨੈਸ਼ਨਲ ਸੋਲਰ ਅਲਾਈਅੰਸ ਤੁਹਾਨੂੰ ਪਤਾ ਲੱਗ ਜਾਏਗਾ ਕਦੋਂ ਹੋਇਆ ਸੀ, ਕਿਵੇਂ ਹੋਇਆ ਸੀ। ਬਟ ਫਿਲਹਾਲ ਇੱਥੇ ਯਾਦ ਰੱਖੋ ਹੈੱਡ ਆਫਿਸ ਜਿਹੜਾ ਹੈ ਉਹ ਇੰਡੀਆ ਵਿੱਚ ਲੋਕੇਟ ਕਰਦਾ ਹੈ ਔਰ ਇਹ ਪਹਿਲੀ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਹੈ ਜਿਹਦਾ ਹੈੱਡ ਆਫਿਸ ਕਿੱਥੇ ਆ, ਇੰਡੀਆ 'ਚ ਲੋਕੇਟ ਕਰਦਾ ਹੈ। Union Minister Ramesh Pokhriyal Nishank will be conferred with the Vaidyan Lifetime Achievement Award. He is a minister of ਕਿਆਦਾ ਮਿਨਿਸਟਰ ਹੈ, ਐਜੂਕੇਸ਼ਨ ਮਿਨਿਸਟਰ ਨੇ। ਠੀਕ ਹੈ ਜੀ, ਯਾਦ ਰੱਖਣਾ ਇਹਨੂੰ ਵੀ। ਤਾਂ ਇਹ ਅਵਾਰਡ ਉਹਨਾਂ ਨੂੰ ਕਿਉਂ ਦਿੱਤਾ ਗਿਆ ਹੈ, ਕਿਉਂਕਿ ਉਹ ਬਹੁਤ ਅੱਛੇ ਰਾਈਟਰ ਨੇ, ਕਾਫੀ ਕੰਮ ਕੀਤਾ ਉਹਨਾਂ ਨੇ ਰਾਈਟਿੰਗ ਪੋਇਟਰੀ ਦੇ ਵਿੱਚ। ਠੀਕ ਹੈ, ਅਪਰੋਕਸੀਮੇਟਲੀ 75 ਬੁੱਕਸ ਲਿਖੀਆਂ ਨੇ ਡਿਫਰੈਂਟ ਲੈਂਗੁਏਜਸ ਦੇ ਵਿੱਚ। ਠੀਕ ਹੈ ਜੀ, ਵੈਤਿਅਨ ਇੰਟਰਨੈਸ਼ਨਲ ਅਵਾਰਡ ਗਿਵਨ ਬਾਏ ਦਾ ਵੈਤਿਅਨ UK ਆਰਗੇਨਾਈਜੇਸ਼ਨ ਇਨ ਲੰਡਨ ऑनर्स पोइट। ठीक है, एंड राइटर्स एंड आर्टिशियंस। ठीक है जी, ये याद रखना कि कितने दिता है, इन लंडन। ठीक है, समझ। ठीक है जी, वैतयन UK ऑर्गेनाइजेशन इन लंडन। इंटरनेशनल अवार्ड है, इतने पता लग जाता थानू कि मस्ट भी कोई इंटरनेशनल कंट्री भी इन्वॉल्व है। ठीक है जी, नेक्स्ट है डिफेंस मिनिस्टर राजनाथ सिंह हैज अनवील्ड 2 books, द रिपब्लिकन एथिक वॉल्यूम 3 एंड द लोकतंत्र के स्वर, which are a collection of a selected speeches of dash प्रेजिडेंट ऑफ इंडिया राम नाथ कोविंद ड्यूरिंग द 3rd year of his presidency। इतने वो पूछ रहा है भी दसो किनमे, मतलब 1st 2nd 3rd किनमे कौन से प्रेजिडेंट है आपके ये रामनाथ कोविंद जी? 14th इनकी टर्म है, 14th। ठीक है जी, तो इतों थानू ये भी पता लग गया कि ये जड़ियां 2 बुक्स ने, इन्हां दे ऑथर कौन ने? प्रेजिडेंट ऑफ इंडिया श्री राम नाथ कोविंद जी। ठीक है जी, डिफेंस मिनिस्टर ने की किया है, इन्हां बुक्स की रिलीज की है। ठीक है जी, तो ये याद रखना है तुसी। नेक्स्ट है On which date World Children's Day is observed globally every year? ਕਿਹੜੇ ਦਿਨ ਮਨਾਇਆ ਜਾਂਦਾ ਹੈ? 20th ਨਵੰਬਰ। ਇੰਡੀਆ ਵਿੱਚ ਚਿਲਡਰਨ ਡੇ ਕਦੋਂ ਮਨਾਇਆ ਜਾਂਦਾ ਹੈ? 14 ਨਵੰਬਰ ਨੂੰ। ਠੀਕ ਹੈ, ਵਰਲਡ ਚਿਲਡਰਨ ਡੇ ਕਦੋਂ ਮਨਾਇਆ ਜਾਂਦਾ ਹੈ? 20th ਨਵੰਬਰ ਨੂੰ। ਸੋ 20th ਨਵੰਬਰ ਨੂੰ ਹੀ ਕਿਉਂ ਮਨਾਇਆ ਜਾਂਦਾ ਹੈ? Is an important date as it is the date in 1959 when the UN General Assembly adopted the Declaration of the Rights of Child। इसी दिन 1959 ਨੂੰ ਚਾਈਲਡ ਰਾਈਟਸ ਦੇ ਹੱਕ ਵਿੱਚ ਇੱਕ ਡਿਕਲੇਰੇਸ਼ਨ ਪਾਸ ਹੋਇਆ ਸੀ। ਠੀਕ ਹੈ, ਵਰਲਡ ਚਿਲਡਰਨਸ ਡੇ ਵਾਸ ਐਸਟੈਬਲਿਸ਼ਡ ਇਨ 1954 ਐਜ਼ ਅ ਯੂਨੀਵਰਸਲ ਚਿਲਡਰਨਸ ਡੇ। ਠੀਕ ਹੈ, ਐਂਡ ਇਜ਼ ਸੈਲੀਬ੍ਰੇਟਡ ਔਨ 20th ਨਵੰਬਰ ਈਚ ਈਅਰ। ਇਹ ਸਾਰੀਆਂ ਚੀਜ਼ਾਂ ਯਾਦ ਰੱਖਣੀਆਂ। ਪਹਿਲਾਂ ਇਹਨੂੰ ਯੂਨੀਵਰਸਲ ਚਿਲਡਰਨ ਡੇ ਕਹਿੰਦੇ ਹੁੰਦੇ, ਪਹਿਲਾਂ ਇਹਨੂੰ ਇਹ ਸਾਰੀਆਂ ਚੀਜ਼ਾਂ ਯਾਦ ਰੱਖਣੀਆਂ ਕਿ ਪਹਿਲਾਂ ਇਹਨੂੰ ਯੂਨੀਵਰਸਲ ਚਿਲਡਰਨ ਡੇ ਕਹਿੰਦੇ ਸੀ और पहली बार 1954 च मनाया गया है और इसी दिन नू इसी करके भी मनाया जाता है और इसी दिन नू इस करके भी याद किया जाता है क्योंकि इस दिन 1959 ਦੇ ਵਿੱਚ ਜਾ ਕੇ ਦੁਬਾਰਾ ਉਹਨਾਂ ਨੇ ਬਾਅਦ ਚੋਂ ਕੀ ਕੀਤਾ ਸੀ, ਚਿਲਡਰਨ ਰਾਈਟਸ ਦੀ ਗੱਲ ਕੀਤੀ ਸੀ। ਠੀਕ ਹੈ ਜੀ, which city has become the first city in the country to receive the ISO certification for facial sludge and the spillage मैनेजमेंट। ठीक है जी, ਹੁਣੇ ਹੁੰਦੀ ਕੀ ਹੈ ਐਕਚੁਅਲੀ ਜਿਹੜਾ ਹਿਊਮਨ ਵੇਸਟ ਹੈ, ਜਿਹੜੀਆਂ ਹਿਊਮਨ ਵੇਸਟ ਹੁੰਦਾ ਉਹ ਇੱਕ ਟੈਂਕਸ ਦੇ ਵਿੱਚ ਚਲੇ ਜਾਂਦੇ, ਆਪਣੇ ਅੰਡਰਗਰਾਊਂਡ ਸੀਵਰੇਜ ਵਗੈਰਾ ਬਣੇ ਹੁੰਦੇ ਜਾਂ ਪਿਟਸ ਬਣੇ ਆ ਜਾਂ ਹੋਲਸ ਬਣੇ ਆ। ਸੋ ਉਹਨਾਂ ਨੂੰ ਟ੍ਰੀਟਮੈਂਟ ਪਲਾਂਟਸ ਲਗਾਏ। ਠੀਕ ਹੈ, ਉਹਨਾਂ ਨੂੰ ਸਾਫ਼ ਸਫਾਈ, ਉਹਨਾਂ ਦੀ ਟ੍ਰੀਟਮੈਂਟਸ ਉਹ ਹੁੰਦੀ ਹੈ ਇਹ। ਠੀਕ ਹੈ ਜੀ, ਸਾਰੀ ਕਿਹੜੀ ਸਿਟੀ ਨੂੰ ISO ਸਰਟੀਫਿਕੇਸ਼ਨ ਮਿਲੀ ਹੈ? ਇਸ ਲਈ ਭੁਵਨੇਸ਼ਵਰ ਨੂੰ। ਠੀਕ ਹੈ ਜੀ, ਨੈਕਸਟ ਕਿਆ ਹੈ? ਭੁਵਨੇਸ਼ਵਰ ਇਜ਼ ਦਾ ਕੈਪੀਟਲ ਐਂਡ ਦ ਲਾਰਜੈਸਟ ਸਿਟੀ ਆਫ ਦ ਇੰਡੀਅਨ ਸਟੇਟ ਆਫ उड़ीसा। याद रखना है भुवनेश्वर कितों की कैपिटल है? उड़ीसा दी। नेक्स्ट, ये मैं क्वेश्चन तो नहीं बनाया पर मैं थोड़ा ये न्यूज़ मेन क्वेश्चन अंडरलाइन कर लेने। ठीक है, पोसाइडन
1 इंडियन नेवी ਨੂੰ ਮੈਰੀਟਾਈਮ एंटी सबमरीन वॉरफेयर एयरक्राफ्ट जो यूएस द्वारा मिलिया है, क्योंकि यूएस ਨਾਲ ਇਹਨਾਂ ਦੀ ਇੱਕ ਡੀਲ ਚੱਲ ਰਹੀ ਸੀ 1.1 ਮਿਲੀਅਨ ਦੀ। ਠੀਕ ਹੈ ਜੀ, ਉਹਨਾਂ ਵਿੱਚੋਂ ਫਰਸਟ ਆਫ ਦਾ 4। ਠੀਕ ਹੈ, ਹੁਣ ਤੁਸੀਂ ਇਹਦੇ ਵਿੱਚ ਪਹਿਲਾਂ ਯਾਦ ਰੱਖਣਾ ਹੈ ਕਿ ਰੀਸੈਂਟਲੀ ਇੰਡੀਆ ਨੂੰ ਪੋਸਾਈਡਨ 81 ਫੁੱਲ ਫਾਰਮ P81 ਵੀ ਇਹਨੂੰ ਕਹਿ ਦਿੰਦੇ ਆ, ਸੋ ਇਹਨੂੰ P81 에ਅਰਕ੍ਰਾਫਟ ਵੀ ਕਹਿੰਦੇ ਆ। ਇਹਦੀ ਫੁੱਲ ਫਾਰਮ ਕੀ ਹੈ? ਪੋਸਾਈਡਨ 81। ਠੀਕ ਹੈ ਜੀ, ਇਹ P81 ਜਿਹੜਾ ਹੈਗਾ ਕਿਹੜੀ ਕੰਟਰੀ ਤੋਂ ਲਿਆ? ਯੂਐਸ ਨਾਲ। ਕਿੰਨੀ ਡੀਲ ਚੱਲ ਰਹੀ ਸੀ? 1.1 ਬਿਲੀਅਨ ਯੂਐਸ ਡਾਲਰ ਦੀ ਡੀਲ ਚੱਲ ਰਹੀ ਸੀ। ठीक है जी, द एयरक्राफ्ट इक्विप्ड विद द लेटेस्ट सेंसर्स लैंडेड एट INS हंसा। कित्थे लैंड होया? INS हंसा कित्थे? नेवल बेस जिहड़ा साडा कित्थे है? गोवा दे विच है। ठीक है जी, बेसिकली इहनूं भी उन्होंने क्यों देखो क्यों लिया कि मूवमेंट ऑफ चाइनीज शिप एंड सबमरीन इन द इंडियन ओशन। चाइना दी शिप्स और सबमरीन जो इंडियन ओशन विच आउंदियां ने उन्हां दी ट्रैकिंग रखण लई ही लिया है। ठीक है, तो ये बारे होर भी इन्फॉर्मेशन है कि बोइंग नैक्सट जनरेशन 737 कमर्शियल एयरप्लेन है। ठीक है, ये यूएस नेवी यूज़ करती है। ठीक है जी, तो इंडिया वॉज बोइंग्स फर्स्ट इंटरनेशनल कस्टमर फॉर दिस एयरक्राफ्ट। ठीक है, एंड द फर्स्ट P8I एयरक्राफ्ट वॉज इंडक्टेड इनटू द इंडियन नेवी इन 2013। तो इस तो पहला भी लै चुके हैं 2013 ਦੇ ਵਿੱਚ। ठीक है जी, तो ये बस ਇਹਦੇ ਬਾਰੇ ਇੱਕ ਇਹਦਾ ਨਾਮ तो ਕਿਹੜੀ ਕੰਟਰੀ ਤੋਂ ਲਿਆ ਹੈ। ठीक है, तो ਕਿਹੜੀ यूएस नेवी यूज़ भी करती है। बस यही इंपॉर्टेंट ਤੁਸੀਂ ਕਿੱਥੇ लैंड होया? INS हंसा विच। इंपॉर्टेंट क्वेश्चंस ਨੂੰ ਤੁਸੀਂ याद करना ਹੁੰਦਾ है। ठीक है, नेक्स्ट है ऑन November 19 वी मार्क वुमेन्स एंटरप्रेन्योरशिप डे, a day spearheaded by the Women's Entrepreneurship Day organization to celebrate the support वुमेन इन बिजनेस वर्ल्ड वाइड। ठीक है जी, बस ये याद रखियो क्योंकि वुमेन इंपावरमेंट ਦੀਆਂ बहुत ਗੱਲਾਂ ਚੱਲਦੀਆਂ ਨੇ। 33% वुमेन रिजर्वेशन भी हो गई है पंजाब ਦੇ ਵਿੱਚ, ਤਾਂ कि 30 ਜਿੰਨੀਆਂ ਮਰਜ਼ੀ ਸੀਟਾਂ ਹੋਣ ਜੀ ਉਹਦੇ ਵਿੱਚ 33% ਵੂਮਨ ਹੀ ਹੋਏਗੀ। तो 19 ਨਵੰਬਰ ਨੂੰ ਮਨਾਉਂਦੇ ਆ। ठीक है जी, थैंक्स फॉर वॉचिंग दिस वीडियो। अगर ਤੁਹਾਨੂੰ वीडियो ਹੈਲਪਫੁਲ ਲੱਗਦੀ ਹੈ, ਅੱਛੀ ਲੱਗਦੀ ਹੈ, ਇਹਨੂੰ ਲਾਈਕ ਕਰੋ, ਕਮੈਂਟ ਕਰੋ ਤੇ ਅੱਗੇ ਸ਼ੇਅਰ ਵੀ ਕਰੋ ਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ। थैंक्स।